ਸਾਦਿਕ ਸਈਦ ਹੋਰਾਂ ਨੂੰ ਤਾਂ ਯਾਦ ਨਹੀਂ ਹੋਣਾ, ਪਰ ਮੈਨੂੰ ਯਾਦ ਹੈ ਕਿ ਮੇਰੀ ਉਹਨਾਂ ਨਾਲ ਸਭ ਤੋਂ ਪਹਿਲੀ ਮੁਲਾਕਾਤ ਸਾਹੀਵਾਲ ਸ਼ਹਿਰ ਦੇ ਵਿੱਚ ਇੱਕ ਮੁਹੱਲੇ 'ਚ ਜਾਵੇਦ ਲਾਇਬ੍ਰੇਰੀ 'ਤੇ ਹੋਈ ਸੀ। ਉਦੋਂ ਆਨਾ ਲਾਇਬ੍ਰੇਰੀ ਦਾ ਬੜਾ ਰਿਵਾਜ ਹੁੰਦਾ ਸੀ ਅਤੇ ਇਹ ਜਾਵੇਦ ਲਾਇਬ੍ਰੇਰੀ ਵੀ ਆਨਾ ਲਾਇਬ੍ਰੇਰੀ ਸੀ। ਇਹ ਜਿਹੜੇ ਜਾਵੇਦ ਸਾਹਿਬ ਸਨ ਜਿਨ੍ਹਾਂ ਦੀ ਲਾਇਬ੍ਰੇਰੀ ਸੀ, ਇਸ ਮੇਰੇ ਨਾਲ ਪੜ੍ਹਦੇ ਵੀ ਸਨ ਅਤੇ ਮੈਂ ਉੱਥੋਂ ਰੋਜ਼ ਆਨਾ ਲਾਇਬ੍ਰੇਰੀ ਤੋਂ ਲੈਣ ਜਾਂਦਾ ਸਾਂ ਕਿਤਾਬਾਂ। ਅਤੇ ਉੱਥੇ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਸਾਦਿਕ ਸਈਦ ਹੋਰਾਂ ਨਾਲ। ਅਤੇ ਇਹ ਮੈਨੂੰ ਪਤਾ ਨਹੀਂ ਕੀ ਗੱਲ ਹੋਈ ਅਤੇ ਇਹ ਮੈਨੂੰ ਸਮਝਾਉਣ ਲੱਗ ਪਏ ਕਿ ਕੁਰਤੁਲ ਐਨ ਹੈਦਰ ਬੜੀ ਅਜ਼ੀਮ ਨਾਵਲਿਸਟ ਹੈ। ਅੱਛਾ, ਅਸੀਂ ਉਹਨਾਂ ਦਿਨਾਂ 'ਚ ਚਸਕਾ ਸਾਨੂੰ ਪਿਆ ਸੀ ਰੁਮਾਨੀ ਨਾਵਲਾਂ ਦਾ, AR ਖਾਤੂਨ ਅਤੇ ਜ਼ੁਬੈਦਾ ਖਾਤੂਨ ਅਤੇ ਸਲਮਾ ਕੰਵਲ ਅਤੇ ਫਲਾਣੀ ਅਤੇ ਟਮਕਾਣੀ, ਕੋਈ ਹਜ਼ਾਰਾਂ ਨਾਵਲ ਮੈਂ ਪੜ੍ਹ ਛੱਡੇ ਸਨ ਉਹਨਾਂ ਦੇ। ਅਤੇ ਖੈਰ ਉਹ ਸਾਡੇ ਅਸੀਂ ਕਹਿੰਦੇ ਸਾਂ ਜੀ ਇਹ ਤਾਂ ਬੜੇ ਇਹ ਜਿਹੜੀ ਕੁਰਤੁਲ ਐਨ ਹੈਦਰ ਅਤੇ ਇਸ ਤਰ੍ਹਾਂ ਦੇ ਜਿਹੜੇ ਰਾਈਟਰ ਨੇ ਇਹ ਤਾਂ ਬੜੇ ਆਪਣਾ ਐਬਸਟਰੈਕਟ ਲਿਖਦੇ ਨੇ, ਇਹ ਕੀ ਲਿਖੇ, ਇਹ ਕੀ ਗੱਲ ਹੋਈ। ਸਾਨੂੰ ਸ਼ਾਇਦ ਮਤਲਬ ਇਹ ਹੈ ਕਿ ਉਹ ਵੇਲਾ ਸੀ। ਖੈਰ ਹੁਣ ਤਾਂ ਕੁਰਤੁਲ ਐਨ ਹੈਦਰ ਹੀ ਅੱਛੀ ਲੱਗਦੀ ਹੈ। ਅਤੇ ਇਹਨਾਂ ਦੀ ਮੈਂ ਗੱਲ ਨਹੀਂ ਮੰਨੀ। ਮੈਂ ਇਹਨਾਂ ਨਾਲ ਬਹੁਤ ਬਹਿਸ ਕੀਤੀ, ਕੁਰਤੁਲ ਐਨ ਹੈਦਰ ਦੇ ਖਿਲਾਫ ਬੜੀ ਦਲੀਲਾਂ ਦਿੱਤੀਆਂ ਅਤੇ ਖੈਰ ਉਹ ਗੱਲ ਹੋ ਗਈ। ਫਿਰ ਕਾਲਜ ਵਿੱਚ ਇਹਨਾਂ ਨਾਲ ਮੁਲਾਕਾਤ ਹੁੰਦੀ ਸੀ। ਇਹ ਮੇਰੇ ਤੋਂ 1 ਸਾਲ ਅੱਗੇ ਸਨ। ਇਹ ਅਤੇ ਫਹੀਮ ਜੋਜ਼ੀ ਅਤੇ ਮੌਲਾਨਾ ਮੁਹੰਮਦ ਅਮੀਨ ਪ੍ਰਿੰਸੀਪਲ ਰਹੇ ਨੇ, ਅੱਜ ਕੱਲ੍ਹ ਰਿਟਾਇਰ ਨੇ ਮੁਲਤਾਨ 'ਚ। ਅਤੇ ਆਪਣਾ ਸਜਾਦ ਮੀਰ, ਇਹ ਸਾਡੇ ਸੀਨੀਅਰ ਸਨ। ਫਿਰ ਇਹਨਾਂ ਤੋਂ ਸੀਨੀਅਰ ਜਿਹੜੇ ਸਨ ਉਹ ਸ਼ਾਹ ਜਾਫਰੀ ਅਤੇ ਮੀਆਂ ਹਫੀਜ਼ ਸਨ। ਇਹ ਸੀ ਉਸ ਵੇਲੇ ਕਾਲਜ ਦਾ ਜਿਹੜਾ ਮੇਨ ਲਿਟਰੇਰੀ ਗਰੁੱਪ। ਅਤੇ ਅਸੀਂ ਤਾਂ ਨਵੇਂ ਪੇਂਡੂ ਆਏ ਸਾਂ ਅਤੇ ਨਵਾਂ ਸਾਨੂੰ ਸ਼ੌਕ ਪਿਆ ਸੀ। ਪਰ ਇਹ ਹੈ ਕਿ ਇਹ ਤਾਂ ਖਾਸ ਤੌਰ 'ਤੇ ਸਾਦਿਕ ਸਈਦ ਅਤੇ ਫਹੀਮ ਜੋਜ਼ੀ ਜਿਹੜੇ ਨੇ ਇਹ ਕਾਫੀ ਰੈਗੂਲਰਲੀ ਲਿਖਦੇ ਸਨ। ਸਜਾਦ ਮੀਰ ਵੀ ਵੈਸੇ ਉਦੋਂ ਲਿਖਦੇ ਸੀ, ਮੌਲਾਨਾ ਅਮੀਨ ਵੀ ਲਿਖਦੇ ਸਨ, ਪਰ ਇਹ ਬੜੀ ਪੱਕੀ ਤਰ੍ਹਾਂ ਲਿਖਦੇ ਸਨ ਦੋਵੇਂ। ਅਤੇ ਮੈਂ ਇਹ ਕਹਿ ਸਕਦਾ ਕਿ ਇੱਕ ਤਰੀਕੇ ਦੇ ਨਾਲ ਅਸੀਂ ਕਲਾਸਾਂ 'ਚ ਤਾਂ ਨਹੀਂ ਪੜ੍ਹਿਆ ਜਿਹੜਾ ਅਸੀਂ ਪੜ੍ਹਨਾ ਚਾਹੁੰਦੇ ਸਾਂ, ਅਤੇ ਪ੍ਰੋਫੈਸਰ ਜਿਹੜੇ ਨੇ ਉਹਨਾਂ ਕੋਲ ਅਸੀਂ ਮਤਲਬ ਪਤਾ ਨਹੀਂ ਕਿੰਨਾ ਕੁ ਸਿੱਖਿਆ। ਪਰ ਇਹ ਜਿਹੜੇ ਦੋਸਤ ਸਨ ਸਾਡੇ ਸੀਨੀਅਰ ਜਿਵੇਂ ਸਾਦਿਕ ਸਈਦ ਜਿਨ੍ਹਾਂ ਵਿੱਚ ਸਨ, ਮੇਰਾ ਖਿਆਲ ਅਸੀਂ ਇਹਨਾਂ ਕੋਲੋਂ ਕਾਫੀ ਸਿੱਖਿਆ ਜਿਹੜਾ ਅਸੀਂ ਬਾਅਦ 'ਚ ਸਾਡੇ ਕੰਮ ਆਇਆ। ਇਹ ਉਦੋਂ ਮੇਰਾ ਖਿਆਲ ਹੈ ਮੇਰੇ ਤੋਂ ਪਹਿਲੇ ਇਹ ਕਾਲਜ ਦੇ ਰਸਾਲੇ ਦੇ ਉਰਦੂ ਸੈਕਸ਼ਨ ਦੇ ਸ਼ਾਇਦ ਐਡੀਟਰ ਵੀ ਸਨ, ਫਹੀਮ ਜੋਜ਼ੀ ਵੀ ਸੀ ਸ਼ਾਇਦ। ਅਤੇ ਉਸ ਤੋਂ ਬਾਅਦ ਫਿਰ ਮੈਂ ਅਤੇ ਕਾਜ਼ੀ ਹਬੀਬੁਰ ਰਹਿਮਾਨ ਬਣੇ। ਅਤੇ ਉਸ ਤੋਂ ਬਾਅਦ ਜਿਹੜੀ ਹੈ ਨਾ ਉਹ ਸਾਹੀਵਾਲ ਦੇ ਵਿੱਚ ਅਤੇ ਇਹਨਾਂ ਨਾਲ ਮੁਲਾਕਾਤ ਬੜੀ ਆਮ ਹੁੰਦੀ ਸੀ ਅਤੇ ਮਜਲਿਸਾਂ ਦੇ ਵਿੱਚ ਵੀ ਇਕੱਠੇ ਹੁੰਦੇ ਸਾਂ। ਅਤੇ ਇਹਨਾਂ ਕੋਲੋਂ ਉਸ ਜ਼ਮਾਨੇ 'ਚ ਜ਼ਾਹਰ ਗੱਲ ਹੈ ਇਹ ਸ਼ਹਿਰ ਦੇ ਸਨ, ਇਹਨਾਂ ਦੀ ਪੜ੍ਹਾਈ ਲਿਖਾਈ ਜ਼ਿਆਦਾ ਸੀ ਸਾਡੇ ਤੋਂ ਅਦਬ ਦੇ ਵਿੱਚ, ਅਤੇ ਅਸੀਂ ਜ਼ਾਹਰ ਗੱਲ ਇਹਨਾਂ ਕੋਲੋਂ ਸਿੱਖਦੇ ਹੀ ਹੋਵਾਂਗੇ ਔਰ ਸਿੱਖਦੇ ਸਾਂ। ਫਿਰ ਲਾਹੌਰ ਆ ਗਏ ਅਤੇ ਲਾਹੌਰ ਆ ਕੇ ਇਹ ਅਤੇ ਫਹੀਮ ਜੋਜ਼ੀ ਸਾਹਿਬ ਜਿਹੜੇ ਸਨ ਇਹ ਲਿਟਰੇਚਰ ਦੇ ਵਿੱਚ ਅਦਬ ਦੇ ਵਿੱਚ ਇਹ ਕਾਫੀ ਐਕਟਿਵ ਰਹੇ। ਹਲਕਾ ਅਰਬਾਬ ਜ਼ੌਕ ਵਿੱਚ ਜਾਂਦੇ ਸਨ, ਮੈਂ ਵੀ ਜਾਂਦਾ ਸਾਂ ਉੱਥੇ, ਅਤੇ ਉੱਥੇ ਵੀ ਇਹਨਾਂ ਦੇ ਨਾਲ ਹੁੰਦੀ ਸੀ ਗੱਲਬਾਤ। ਫਿਰ ਮੈਂ ਖੈਰ ਪੰਜਾਬੀ ਸੰਗਤ 'ਚ ਅਦਬੀ ਸੰਗਤ 'ਚ ਜ਼ਿਆਦਾ ਜਾਂਦਾ ਸਾਂ, ਪਰ ਉਹਨਾਂ ਜ਼ਮਾਨੇ 'ਚ ਮੈਂ ਲਿਖਦਾ ਮੈਂ ਵੀ ਉਰਦੂ ਹੀ ਸਾਂ ਪ੍ਰੈਕਟੀਕਲੀ। ਲੇਕਿਨ ਇਹ ਹੈ ਕਿ ਲਾਹੌਰ ਜਾ ਕੇ ਫਿਰ ਸਾਡਾ ਜਿਹੜਾ ਅਦਬੀ ਜਿਹੜਾ ਸੀ ਨਾ ਤਲਕ ਉਹ ਇਹਨਾਂ ਨਾਲ ਕੁਛ ਘੱਟ ਹੋ ਗਿਆ, ਕਿਉਂਕਿ ਅਸੀਂ ਬਹੁਤੀ ਪੋਲੀਟੀਕਲ ਐਕਟਿਵਿਜ਼ਮ ਦੇ ਵਿੱਚ ਚਲੇ ਗਏ ਅਤੇ ਇਹ ਲਿਟਰੇਚਰ ਵੱਲ ਜ਼ਿਆਦਾ ਰਹੇ। ਇਹ ਵੀ ਪੋਲੀਟੀਕਲ ਐਕਟਿਵਿਸਟਾਂ ਵਿੱਚ ਸਨ, ਪਰ ਇਹਨਾਂ ਦੀ ਜ਼ਿਆਦਾ ਤਵੱਜੋ ਜਿਹੜੀ ਸੀ ਉਹ ਲਿਟਰੇਚਰ ਵੱਲ ਸੀ। ਅਤੇ ਇਸ ਲਈ ਮੈਂ ਇਹ ਕਹਿ ਸਕਦਾ ਕਿ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀ ਸਾਡੇ ਕਾਲਜ ਦੇ ਵਿੱਚ ਲਿਖਣਾ, ਇਹ ਉਹਨਾਂ ਘੱਟ ਲੋਕਾਂ 'ਚੋਂ ਹੈਗੇ ਨੇ ਜਿਨ੍ਹਾਂ ਨੇ ਉਹ ਜਾਰੀ ਰੱਖਿਆ।
ਔਰ ਅਜੇ ਤੱਕ ਜਾਰੀ ਹੈ। ਮੇਰਾ ਖਿਆਲ ਹੈ ਕਿ ਇਹਨਾਂ ਕੋਲੋਂ ਇਹਨਾਂ ਦੇ ਤਾਲਬ ਇਲਮਾਂ ਨੇ, ਇਹਨਾਂ ਦੇ ਕੁਲੀਗਸ ਨੇ ਬਹੁਤ ਕੁਝ ਸਿੱਖਿਆ ਹੋਏਗਾ। ਅਤੇ ਖੈਰ ਮੈਂ ਤੇ ਕਾਲਜ ਦੇ ਜ਼ਮਾਨੇ ਦੇ ਵਿੱਚ ਜਦੋਂ ਸਾਂ ਇਹਨਾਂ ਦੇ ਨਾਲ, ਤੇ ਮੈਨੂੰ ਉਦੋਂ ਦਾ ਜ਼ਿਆਦਾ ਪਤਾ ਹੈ। ਬਾਅਦ ਦਾ ਲਾਹੌਰ ਦਾ ਤੇ ਖੈਰ ਉਹਨਾਂ ਜ਼ਾਹਰ ਗੱਲ ਹੈ ਕਿ ਮੁਲਾਕਾਤ ਤੇ ਹੁੰਦੀ ਸੀ ਹਲਕੇ 'ਚ ਵੀ ਤੇ ਬਾਹਰ ਵੀ, ਪਰ ਮਤਲਬ ਇਹ ਹੈ ਕਿ ਜਿਹੜਾ ਜ਼ਿਆਦਾ ਯਾਦਗਿਰੀ ਵਾਲਾ ਜਿਹੜਾ ਜ਼ਮਾਨਾ ਸੀ ਉਹ ਸਾहिवाल ਕਾਲਜ ਦਾ ਸੀ, ਤੇ ਉਹਦੇ ਵਿੱਚ ਇਹਨਾਂ ਦਾ ਬੜਾ ਰੋਲ ਸੀ।